ਹੈਲਥ ਪਲਸ ਪ੍ਰੋਗਰਾਮ 'ਚ ਅੱਜ ਅਸੀਂ ਤੁਹਾਨੂੰ ਲੈ ਕੇ ਚੱਲ ਰਹੇ ਹਾਂ ਅੰਮ੍ਰਿਤ ਹਸਪੀਟਲ ਐਂਡ ਸਿੱਧੂ ਇਨਫਰਟੀਲਿਟੀ ਸੈਂਟਰ ਅੰਮ੍ਰਿਤਸਰ। ਅੰਮ੍ਰਿਤ ਹਸਪੀਟਲ ਮੋਗਾ ਵਿਖੇ ਪਹਿਲਾਂ ਤੋਂ ਹੀ ਬਹੁਤ ਹੀ ਵਧੀਆ ਤਰੀਕੇ ਨਾਲ ਆਪਣੀ ਸੇਵਾਵਾਂ ਦੇ ਰਿਹਾ ਹੈ। ਬਾਂਝਪਨ ਦੇ ਮਰੀਜ਼ਾਂ ਲਈ ਅੰਮ੍ਰਿਤ ਹਸਪੀਟਲ ਕਿਸੇ ਵਰਦਾਨ ਤੋਂ ਘੱਟ ਨਹੀਂ ਹੈ। ਹੁਣ ਅੰਮ੍ਰਿਤ ਹਸਪੀਟਲ ਵੱਲੋਂ ਅੰਮ੍ਰਿਤਸਰ ਵਿਖੇ ਵੀ ਸੇਵਾਵਾਂ ਸ਼ੁਰੂ ਹੋ ਚੁੱਕੀਆਂ ਨੇ। ਹਸਪੀਟਲ ਵਿਖੇ ਹਰ ਤਰ੍ਹਾਂ ਦੀ ਮਾਡਰਨ ਫੈਸਿਲਿਟੀ ਮੌਜੂਦ ਹੈ। ਇੱਥੇ 24 ਘੰਟੇ ਐਮਰਜੈਂਸੀ, ICU ਵਿਦ ਮੋਨੀਟਰਸ, एक्सीडेंट केसिस, जच्चा बच्चा केंद्र, नॉर्मल डिलीवरी, दूरबीन ऑपरेशन, कैस्ट्रोस्कोपी, हिस्टोस्कोपी, बांझपन इलाज केंद्र, IVF ਅਤੇ ਹਰ ਤਰੀਕੇ ਦੀ ਮਾਡਰਨ ਫੈਸਿਲਿਟੀ ਮੌਜੂਦ ਹੈ। ਡਾਕਟਰ ਰਣਪਿੰਦਰ ਕੌਰ ਸਿੱਧੂ ਜੀ ਜੋ ਕਿ MBBS, MS, FICS, MI, FS ਨੇ, ਲੈਪਰੋਗਾਇਨੀ ਸਰਜਨ ਅਤੇ ਇਨਫਰਟੀਲਿਟੀ ਸਪੈਸ਼ਲਿਸਟ ਨੇ। ਸਾਡੀ ਟੀਮ ਨੇ ਡਾਕਟਰ ਰਣਪਿੰਦਰ ਕੌਰ ਜੀ ਨਾਲ ਗੱਲਬਾਤ ਕੀਤੀ, ਜਿਨ੍ਹਾਂ ਨੇ ਸਾਨੂੰ ਹਸਪੀਟਲ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਸਾਡੀ ਟੀਮ ਨੇ ਮੈਮ ਦੇ ਬੇਟੇ ਡਾਕਟਰ ਅਭਿਨਵਜੀਤ ਜੀ ਨਾਲ ਵੀ ਗੱਲਬਾਤ ਕੀਤੀ, ਜੋ ਕਿ ਇਹ ਸੁਪਨਾ ਲੈ ਕੇ ਚੱਲੇ ਹਨ ਕਿ ਉਹ ਮਰੀਜ਼ਾਂ ਦੀ ਹਰ ਤਰ੍ਹਾਂ ਦੀ ਸਮੱਸਿਆਵਾਂ ਦਾ ਨਿਵਾਰਨ ਕਰਨ ਅਤੇ ਉਹਨਾਂ ਦਾ ਸੁਪਨਾ ਨਿਊਰੋ ਸਰਜਨ ਬਣਨ ਦਾ ਹੈ। ਆਓ ਲੈ ਕੇ ਚੱਲਦੇ ਤੁਹਾਨੂੰ ਅੰਮ੍ਰਿਤ ਹਸਪੀਟਲ ਅੰਮ੍ਰਿਤਸਰ। ਦਰਸ਼ਕੋ, ਪੰਜਾਬ ਪਲਸ ਚੈਨਲ ਤੇ ਤੁਹਾਡਾ ਸਵਾਗਤ ਹੈ। ਅੱਜ ਅਸੀਂ ਆਏ ਹਾਂ ਅੰਮ੍ਰਿਤ ਹਸਪੀਟਲ ਐਂਡ ਸਿੱਧੂ IVF ਬੇਬੀ ਸੈਂਟਰ, ਜਿਹੜੇ ਕਿ ਮੈਡਮ ਨੇ ਬਹੁਤ ਲੰਬਾ ਸਮਾਂ ਸੇਵਾਵਾਂ ਕੀਤੀਆਂ ਮੋਗਾ ਦੇ ਵਿੱਚ। ਔਰ ਜਿਸ ਤਰੀਕੇ ਦੇ ਨਾਲ ਅੰਮ੍ਰਿਤਸਰ ਦੀ ਜਿਹੜੀ ਡਿਵੀਜ਼ਨ ਹੈਗੀ ਆ, ਉੱਥੋਂ ਦੇ ਬਹੁਤ ਜ਼ਿਆਦਾ ਇਹਨਾਂ ਨੇ ਕੇਸ ਸੋਲਵ ਕੀਤੇ ਸੀਗੇ। ਬਹੁਤ ਜ਼ਿਆਦਾ ਇਨਫਰਟਾਈਲ ਕਪਲਸ ਨੂੰ ਸੰਤਾਨ ਸੁੱਖ ਦੀ ਪ੍ਰਾਪਤੀ IVF ਦੌਰਾਨ ਦਵਾਈ ਸੀਗੀ। ਔਰ ਉਹਨਾਂ ਦੀ ਪਰਜੋਰ ਮੰਗ ਦੇ ਉੱਪਰ ਉਹਨਾਂ ਦੇ ਸਾਰਿਆਂ ਦੇ ਰਿਕੁਐਸਟ ਕਰਨ ਦੇ ਲਈ ਕਾਰਨ ਅੱਜ ਮੈਡਮ ਨੇ ਸੁਲਤਾਨਵਿੰਡ ਰੋਡ ਤੇ ਅੰਮ੍ਰਿਤਸਰ ਵਿਖੇ ਵੀ ਆਪਣਾ ਜਿਹੜਾ ਹੈ ਸੈਂਟਰ ਬਹੁਤ ਵੱਡਾ ਖੋਲ੍ਹ ਲਿਆ ਹੈਗਾ, ਜਿੱਥੇ ਕਿ ਤੁਸੀਂ ਹਰ ਤਰ੍ਹਾਂ ਦੀ ਫੈਸਿਲਿਟੀ ਜਿਹੜੀ ਹੈਗੀ ਇੱਥੇ ਮੌਜੂਦ ਹੈਗੀ ਆ। ਮੈਡਮ, ਸਵਾਗਤ ਹੈ ਤੁਹਾਡਾ ਸਾਡੇ ਸਪੈਸ਼ਲ ਸ਼ੋਅ 'ਚ। ਕੀ ਕਹਿਣਾ ਚਾਹੋਗੇ? थैंक यू रिकी जी फॉर द ग्रैंड इंट्रोडक्शन। बिल्कुल ठीक गल है कि साडे कोल टेस्ट ट्यूब बेबी करवाउण दे लई ਅੰਮ੍ਰਿਤਸਰ ਏਰੀਏ ਦੇ ਵਿੱਚੋਂ ਬਹੁਤ ਸਾਰੇ ਲੋਕ ਆਉਂਦੇ ਸੀ ਤੇ ਹੌਲੀ ਹੌਲੀ ਲੋਕਾਂ ਨੇ ਇਹ ਕਹਿਣਾ ਸ਼ੁਰੂ ਕਰਤਾ ਕਿ ਸਾਨੂੰ ਇਹ ਸੈਂਟਰ ਥੋੜਾ ਦੂਰ ਪੈਂਦਾ ਹੈ ਮੈਡਮ, ਕਿਉਂ ਨਾ ਤੁਸੀਂ ਥੋੜਾ ਜਿਹਾ ਸਮਾਂ ਕੱਢ ਕੇ ਸਾਡੇ ਇਲਾਕੇ ਦੇ ਵਿੱਚ ਕੁਝ ਸਮਾਂ ਦੇਣਾ ਸ਼ੁਰੂ ਕਰੋ, ਸੋ ਦੈਟ ਸਾਨੂੰ ਈਜ਼ੀਲੀ ਤੁਹਾਡੀਆਂ ਸੇਵਾਵਾਂ ਉਪਲਬਧ ਹੋ ਜਾਣ। ਸੋ ਉਹਨਾਂ ਦੀ ਗੁਜ਼ਾਰਿਸ਼ ਨੂੰ ਸਾਹਮਣੇ ਰੱਖਦਿਆਂ ਹੋਇਆਂ ਅਸੀਂ ਇੱਥੇ ਆਪਣੀ ਇੱਕ ਬ੍ਰਾਂਚ ਸਟਾਰਟ ਕੀਤੀ ਹੈ, ਜਿਸ ਦਾ ਨਾਮ ਹੈ ਅੰਮ੍ਰਿਤ ਹਸਪੀਟਲ ਐਂਡ ਸਿੱਧੂ ਇਨਫਰਟੀਲਿਟੀ ਸੈਂਟਰ, ਜੋ ਕਿ ਸੁਲਤਾਨਵਿੰਡ ਰੋਡ ਨੇੜੇ ਚੌੜਾ ਬਾਜ਼ਾਰ ਆਪੋਜ਼ਿਟ ਸ਼ਿਵ ਮੰਦਿਰ ਵਿਖੇ ਸਥਿਤ ਹੈ। ਮੈਡਮ, ਇਨਫਰਟੀਲਿਟੀ ਦੇ ਕੇਸ ਦੇ ਵਿੱਚ ਤੁਹਾਡਾ ਹੱਥ ਆ ਜਿਹੜਾ, ਤੁਸੀਂ ਉਸ ਸਮੇਂ ਦੇ ਉੱਤੇ ਕੰਮ ਕਰ ਰਹੇ ਹੋ ਜਦੋਂ ਸਕੈਨਿੰਗਾਂ ਜਿਹੜੀਆਂ ਹੈਗੀਆਂ ਉਹ ਕਵਾਂ ਢਿੱਲਾ ਕਰਦਾ ਹੁੰਦਾ ਸੀਗਾ। ਤੁਸੀਂ ਬੜੀ ਮਿਹਨਤ ਕੀਤੀ ਆ, ਆਪਣਾ 20 ਸਾਲ ਦਾ ਕੈਰੀਅਰ ਜਿਹੜਾ ਹੈਗਾ ਇਸ ਵਿੱਚ ਲਗਾਇਆ। ਔਰ ਉਹ ਸਮਾਂ ਜਦੋਂ ਇਨਫਰਟੀਲਿਟੀ ਦੀ ਦਰ ਜਿਹੜੀ ਹੈਗੀ ਆ ਬੜੀ ਘੱਟ ਹੁੰਦੀ ਸੀਗੀ ਔਰ ਲੋਕ ਜਿਹੜੇ ਆ ਦੱਸਣੋਂ ਵੀ ਸ਼ਰਮਾਉਂਦੇ ਹੁੰਦੇ ਸੀਗੇ, ਤੁਸੀਂ ਉਸ ਸਮੇਂ ਨੂੰ ਵੀ ਦੇਖਿਆ। ਔਰ ਹੁਣ ਪ੍ਰੈਜ਼ੈਂਟ ਸਿਨੈਰੀਓ ਜਿਹਦੇ ਵਿੱਚ ਹਰ ਇੱਕ ਬੰਦਾ ਇਹਨੂੰ ਈਜ਼ੀ ਜੀ ਗੱਲ ਸਮਝਦਾ ਵੀ ਨਹੀਂ ਯਾਰ, ਨਹੀਂ ਹੋਇਆ, ਕਨਸੀਵ ਨਹੀਂ ਹੋਇਆਗਾ। ਔਰ ਲੋਕ ਦੱਸਣਾ ਵੀ ਚਾਹੁੰਦੇ ਆ ਔਰ ਮੇਲਸ ਜਿਹੜੇ ਉਹ ਖੁੱਲ੍ਹ ਕੇ ਸਾਹਮਣੇ ਵੀ ਆ ਰਹੇ ਆ। ਹਾਂਜੀ, ਇਹ ਬਿਲਕੁਲ ਠੀਕ ਹੈ ਕਿ ਪੁਰਾਣੇ ਸਮੇਂ ਦੇ ਵਿੱਚ ਅਤੇ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਜੋ ਅਸੀਂ ਇਨਫਰਟੀਲਿਟੀ ਦੇ ਪੇਸ਼ੈਂਟਸ ਦਾ ਇਲਾਜ ਕਰ ਰਹੇ ਹਾਂ, ਉਹਦੇ ਵਿੱਚ ਲੋਕਾਂ ਦਾ ਜਿਹੜਾ ਰਿਐਕਸ਼ਨ ਹੈ, ਉਹਨਾਂ ਦੀ ਪ੍ਰੈਜੈਂਟੇਸ਼ਨ ਹੈ, ਉਹਦੇ ਵਿੱਚ ਕਾਫੀ ਜ਼ਿਆਦਾ ਫਰਕ ਹੈ। ਪਹਿਲਾਂ ਲੋਕ ਆਪਣੀ ਇਸ ਪ੍ਰੋਬਲਮ ਨੂੰ ਲੁਕੋ ਕੇ ਰੱਖਦੇ ਸਨ। ਉਹਨਾਂ ਨੂੰ ਲੱਗਦਾ ਸੀ ਕਿ ਪਤਾ ਨਹੀਂ ਸਾਨੂੰ ਕੋਈ ਬਹੁਤ ਹੀ ਵੱਡੀ ਬਿਮਾਰੀ ਹੋ ਗਈ ਹੈ, ਕਿ ਲੋਕ ਕਿਤੇ ਸਾਨੂੰ ਬੁਲਾਉਣੋਂ ਨਾ ਹਟ ਜਾਣ, ਸਾਡੇ ਨਾਲ ਮੇਲ ਜੋਲ ਨਾ ਰੱਖਣਾ ਹਟ ਜਾਣ। ਲੇਕਿਨ ਅੱਜ ਕੱਲ੍ਹ ਦੇ ਲੋਕ ਬਹੁਤ ਜ਼ਿਆਦਾ ਅਵੇਅਰ ਹੋ ਗਏ ਹਨ, ਕਿਉਂਕਿ ਕਾਫੀ ਸਾਰੇ ਟੈਸਟ ਟਿਊਬ ਬੇਬੀ ਸੈਂਟਰਸ ਖੁੱਲ੍ਹ ਗਏ ਹੈ, ਕਾਫੀ ਇਨਫਰਟੀਲਿਟੀ ਸਪੈਸ਼ਲਿਸਟਸ ਅੱਗੇ ਆ ਗਏ ਹਨ ਅਤੇ ਉਹ ਲੋਕਾਂ ਨੂੰ ਆਪਣਾ ਪ੍ਰਚਾਰ ਕਰਦੇ ਹਨ ਲੋਕਾਂ ਦੇ ਅੱਗੇ, ਅਤੇ ਉਹਨਾਂ ਨੂੰ ਇਹ ਚੀਜ਼ ਸਮਝਾਉਂਦੇ ਹਨ ਕਿ ਜਿਹੜੀ ਇਨਫਰਟੀਲਿਟੀ ਦੀ ਪ੍ਰੋਬਲਮ ਹੈ, ਇਸ ਨੂੰ ਆਪਾਂ ਛੁਪਾ ਕੇ ਨਹੀਂ ਰੱਖਣਾ, ਬਲਕਿ ਖੁੱਲ੍ਹ ਕੇ ਆਪਣੇ ਡਾਕਟਰਸ ਦੇ ਸਾਹਮਣੇ ਲੈ ਕੇ ਆਉਣਾ ਹੈ, ਤਾਂ ਜੋ ਸਾਡੇ ਵਿੱਚ ਜੋ ਵੀ ਪ੍ਰੋਬਲਮ ਹੈ ਉਸ ਦੇ ਬਾਰੇ ਸਾਨੂੰ ਪਤਾ ਲੱਗ ਸਕੇ ਅਤੇ ਅਸੀਂ ਸਹੀ ਇਲਾਜ ਉਸਦਾ ਕਰਵਾ ਕੇ ਸੰਤਾਨ ਦਾ ਸੁੱਖ ਪ੍ਰਾਪਤ ਕਰ ਸਕੀਏ। ਮੈਡਮ, ਇੱਥੇ ਸੋਨੇ 'ਤੇ ਸੁਹਾਗੇ ਵਾਲੀ ਗੱਲ ਹੈ ਕਿ ਤੁਸੀਂ ਗਾਇਨਕੋਲੋਜਿਸਟ ਵੀ ਹੋ, ਲੈਪਰੋਸਕੋਪਿਕ ਸਰਜਨ ਵੀ ਹੋ, ਔਰ ਛੋਟੀਆਂ ਮੋਟੀਆਂ ਜਿਹੜੀਆਂ ਪ੍ਰੋਬਲਮਸ ਆਉਂਦੀਆਂ, ਕਿਸੇ ਦੇ ਕੋਈ ਸਿੰਪਲ ਜਿਹੜੇ ਹੈਗੇ ਆ ਚੀਜ਼ਾਂ ਹੈਗੀਆਂ, ਉਹ ਤਾਂ ਤੁਸੀਂ ਇੱਥੇ ਕਰਦੇ ਹੋ। ਕੰਪਲੈਕਸ ਤੋਂ ਕੰਪਲੈਕਸ ਵੀ ਕੇਸ ਜਿਹੜੇ ਹੈਗੇ ਆ ਨਾਲ ਹੀ ਸੋਲਵ ਕਰਦੇ ਹੋ। ਇਕੱਲਾ ਇਨਫਰਟੀਲਿਟੀ ਨਹੀਂ, ਉਹਦੇ ਨਾਲ ਨਾਲ ਕਿਸੇ ਨੂੰ ਵੀ ਸਿਸਟਸ ਹੈਗੇ ਆ, ਕਿਸੇ ਨੂੰ ਐਂਡੋਮੈਟ੍ਰੀਓਸਿਸ ਹੈਗਾ, ਕਿਸੇ ਨੂੰ ਹੋਰ ਪ੍ਰੋਬਲਮਸ ਹੈਗੀਆਂ, ਤਾਂ ਉਹਦਾ ਸਾਰਾ ਇਲਾਜ ਆ ਜਿਹੜਾ ਇੱਥੇ ਇੱਕ ਛੱਤ ਦੇ ਥੱਲੇ ਹੁੰਦਾ। ਇਹ ਤਾਂ ਬਿਲਕੁਲ ਠੀਕ ਹੈ ਰਿਚੀ ਜੀ ਕਿ ਇੱਕੋ ਹੀ ਛੱਤ ਦੇ ਨੀਚੇ ਹਰ ਤਰ੍ਹਾਂ ਦੀ ਪ੍ਰੋਬਲਮ ਦਾ ਇਲਾਜ ਕੀਤਾ ਜਾਂਦਾ ਹੈ।
ਤੇ ਜਿਹੜੀਆਂ ਕੋਈ IVF ਜਾਂ ਇਨਫਰਟੀਲਿਟੀ ਦੇ ਰਿਲੇਟਡ ਕਰੈਕਸ਼ਨਸ ਹੁੰਦੀਆਂ ਹਨ, ਯਾਨੀ ਕਿ ਸਰਜੀਕਲ ਕਰੈਕਸ਼ਨਸ ਜਾਂ ਮੈਡੀਕਲ ਕਰੈਕਸ਼ਨਸ, ਉਹ ਬੜੇ ਹੀ ਸੁਚੱਜੇ ਢੰਗ ਦੇ ਨਾਲ ਇੱਥੇ ਕੀਤੀਆਂ ਜਾਂਦੀਆਂ ਹਨ। ਜਿਸ ਤਰ੍ਹਾਂ ਕਿ ਬੀਇੰਗ ਅ ਲੈਪਰੋਗਾਇਨੀ ਸਰਜਨ, ਸਾਰੀਆਂ ਇਨਫਰਟੀਲਿਟੀ ਦੀਆਂ ਸਰਜਰੀਜ਼ ਜਿਵੇਂ ਮਾਇਓਮੈਕਟਮੀਜ਼, ਜਿਹਦੇ ਵਿੱਚ ਅਸੀਂ ਬੱਚੇਦਾਨੀ ਦੀ ਰਸੌਲੀ ਨੂੰ ਕੱਢ ਕੇ ਬੱਚੇਦਾਨੀ ਨੂੰ ਬਚਾਉਂਦੇ ਹਾਂ, ਡ੍ਰਿਲਿੰਗ ਆਫ ਪੋਲੀਸਿਸਟਿਕ ਓਵੇਰੀਅਨ ਡਿਜ਼ੀਜ਼, ਜਿਹਦੇ ਵਿੱਚ ਅਸੀਂ ਅੰਡੇਦਾਨੀ ਦੀਆਂ ਰਸੌਲੀਆਂ ਦੀ ਡ੍ਰਿਲਿੰਗ ਕਰਦੇ ਹਾਂ ਤੇ ਉਹਨਾਂ ਦਾ ਪਾਣੀ ਖਿੱਚਦੇ ਹਾਂ ਤਾਂ ਜੋ ਐਗ ਬਣਨਾ ਸ਼ੁਰੂ ਹੋ ਸਕੇ ਤੇ ਪੇਸ਼ੈਂਟ ਨੋਰਮਲ ਤਰੀਕੇ ਦੇ ਨਾਲ ਵੀ ਕੰਸੈਪਸ਼ਨ ਪੇਸ਼ੈਂਟ ਨੂੰ ਹੋ ਸਕੇ। ਤੇ ਇਸ ਤੋਂ ਇਲਾਵਾ ਅਸੀਂ ਹਿਸਟੈਰੋਸਕੋਪ ਇੰਸਟਰੂਮੈਂਟ ਦੇ ਰਾਹੀਂ, ਜਿਸ ਨੂੰ ਕਿ ਅਸੀਂ ਕਹਿੰਦੇ ਹਾਂ ਬੱਚੇਦਾਨੀ ਦੀ ਅੰਦਰੂਨੀ ਜਾਂਚ ਦੂਰਬੀਨ ਦੇ ਰਾਹੀਂ, ਉਸ ਦੇ ਰਾਹੀਂ ਅਸੀਂ ਬੱਚੇਦਾਨੀ ਦੀ ਤਹਿ ਦੀ ਕੰਪਲੀਟ ਜਾਂਚ ਕਰਦੇ ਹਾਂ ਤੇ ਉਸ ਦੇ ਵਿੱਚ ਕੋਈ ਪੋਲਿਪ ਵਗੈਰਾ ਨੂੰ ਦੇਖਦੇ ਹਾਂ, ਕੋਈ ਰਸੌਲੀ ਨੂੰ ਦੇਖਦੇ ਹਾਂ ਜਾਂ ਫਿਰ ਕੋਈ ਪਰਦੇ ਆਦਿ ਨੂੰ ਦੇਖਦੇ ਹਾਂ ਤੇ ਉਹਨਾਂ ਦਾ ਕਰੈਕਸ਼ਨ ਕਰਦੇ ਹਾਂ, ਜਿਸ ਦੇ ਨਾਲ ਪੇਸ਼ੈਂਟ ਨੂੰ ਪ੍ਰੈਗਨੈਂਸੀ ਹੋਣ ਦੇ ਚਾਂਸਸ ਵੱਧ ਜਾਂਦੇ ਹੈ। ਔਰ ਜੇਕਰ IVF ਜਾਂ ਟੈਸਟ ਟਿਊਬ ਬੇਬੀ ਵੀ ਕਰਨਾ ਪਵੇ ਤਾਂ ਵੀ ਉਹਨਾਂ ਦੇ ਰਿਜ਼ਲਟ ਪੋਜ਼ਿਟਿਵ ਆਉਣ ਦੇ ਚਾਂਸਸ ਵੱਧ ਜਾਂਦੇ ਹਨ। ਸੋ ਇਟ ਇਜ਼ ਅ ਬਲੈਸਿੰਗ ਇਨ ਡਿਸਗਾਈਜ਼। ਡਾਕਟਰ ਦਾ ਕੰਮ ਸਿਰਫ IVF ਕਰਨਾ ਜਾਂ ਟੈਸਟ ਟਿਊਬ ਬੇਬੀ ਕਰਨਾ ਨਹੀਂ, ਬਲਕਿ ਜੋ ਪੋਜ਼ਿਟਿਵ ਕੇਸਿਸ ਹੈ ਉਹਨਾਂ ਦਾ ਪੂਰਾ ਇਲਾਜ ਕਰਨਾ, ਉਹਨਾਂ ਦੀ ਪੂਰੀ ਦੇਖ ਰੇਖ ਕਰਨੀ, ਉਹਨਾਂ ਦੀ ਪ੍ਰੈਗਨੈਂਸੀ ਨੂੰ ਫੁੱਲ ਟਰਮ ਤੱਕ ਜਿੱਥੋਂ ਤੱਕ ਅਸੀਂ ਲਿਜਾ ਸਕੀਏ ਲੈ ਕੇ ਜਾਣਾ ਤੇ ਉਹਨਾਂ ਦੀ ਪ੍ਰੋਪਰ ਡਿਲੀਵਰੀ ਕਰਵਾਉਣੀ ਬਹੁਤ ਹੀ ਜ਼ਰੂਰੀ ਹੈ। ਔਰ ਉਹ ਮੈਂ ਆਪਣੀ ਹੀ ਨਿਗਾਹ ਦੇ ਹੇਠਾਂ ਕਰਵਾਉਂਦੀ ਹਾਂ। ਸਾਡੇ ਕੋਲ ਕੰਪਲੀਟ ਟੀਮ ਹੁੰਦੀ ਹੈ ਜਿਸ ਦੇ ਵਿੱਚ ਪੀਡੀਆਟ੍ਰਿਕ ਸਪੈਸ਼ਲਿਸਟਸ, ਜਿਨ੍ਹਾਂ ਦੇ ਕੋਲ ਨੀਕੂ ਸੈਂਟਰਸ ਹੈ, ਤੇ ਸਰਜਨ, ਗਾਇਨੇਕੋਲੋਜਿਸਟ, ਐਨਸਥੈਟਿਸਟ ਐਟਸੈਟਰਾ, ਤੇ ਉਹਦੇ ਨਾਲ ਸਾਡੇ ਜਿਹੜੇ ਬੱਚੇ ਹੈ ਤੇ ਮਦਰ ਹੈ ਉਹ ਦੋਨੋਂ ਹੀ ਸੇਫ ਰਹਿੰਦੇ ਨੇ। ਅੱਛਾ, ਕੀ ਕਹਿਣਾ ਚਾਹੋਗੇ ਕਿ ਇੱਥੇ ਤੁਸੀਂ ਜਿਹੜਾ ਯੂਨਿਟ ਲਾਇਆ ਹੈ ਉਹਦੇ 'ਚ ਪੇਨਲੈਸ ਡਿਲੀਵਰੀ ਦਾ ਬਹੁਤ ਵਧੀਆ ਤਰ੍ਹਾਂ ਦੇ ਨਾਲ ਇੱਥੇ ਹੈ ਕਿ ਲੋਕ ਬਿਨਾਂ ਪੇਨਸ ਤੋਂ ਡਿਲੀਵਰੀਆਂ ਕਰਵਾ ਸਕਦੇ ਨੇ। ਉਹਦੇ ਨਾਲ ਨਾਲ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਆ, ਕੋਈ 7ਵਾਂ ਬੱਚਾ, 8ਵਾਂ ਬੱਚਾ, ਕੋਈ ਪ੍ਰੀ ਮੈਚੁਰ ਬੱਚੇ ਹੈਗੇ ਆ, ਉਹਨਾਂ ਨੂੰ ਵੀ ਅਗਰ ਕੋਈ ਡਿਲੀਵਰੀ ਦੇ ਲਈ ਆਉਣਾ, ਫਿਰ ਵੀ ਇੱਥੇ ਇਹ ਸੈਂਟਰ ਜਿਹੜਾ ਹੈਗਾ ਇੱਕ ਕੰਪਲੀਟ ਸੈਂਟਰ ਹੈਗਾ ਜਿਹਦੇ ਵਿੱਚ ਤੁਸੀਂ ਹਰ ਤਰ੍ਹਾਂ ਦੀ ਫੈਸਿਲਿਟੀ ਜਿਹੜੀ ਅਵੇਲੇਬਲ ਕਰਾਈ ਹੋਈ। ਹਾਂਜੀ ਰਿਚੀ ਜੀ, ਅੱਜ ਕੱਲ੍ਹ ਪੇਨਲੈਸ ਡਿਲੀਵਰੀਜ਼ ਦਾ ਬਹੁਤ ਜ਼ਿਆਦਾ ਜ਼ਮਾਨਾ ਆ ਗਿਆ ਹੈ ਐਂਡ ਮੈਜੋਰਿਟੀ ਆਫ ਦ ਪੇਸ਼ੈਂਟਸ ਕਹਿੰਦੇ ਆ ਕਿ ਸਾਨੂੰ ਪੇਨਸ ਨਾ ਲੈਣੇ ਪੈਣ ਅਤੇ ਆਰਾਮ ਦੇ ਨਾਲ ਡਿਲੀਵਰੀ ਹੋ ਜਾਵੇ। ਅਤੇ ਜਿੱਥੋਂ ਤੱਕ ਪੋਸੀਬਲ ਹੈ, ਜਦੋਂ ਵੀ ਲੋੜ ਪੈਂਦੀ ਹੈ, ਇਹ ਫੈਸਿਲਿਟੀ ਸਾਡੇ ਕੋਲ ਅਵੇਲੇਬਲ ਹੈ। ਮੈਡਮ, ਕੀ ਕਹਿਣਾ ਚਾਹੋਗੇ ਕਿ ਤੁਸੀਂ ਇਸ ਹਸਪੀਟਲ ਦੇ ਵਿੱਚ ਕਾਉਂਸਲਿੰਗ ਦੇ ਵਿੱਚ ਇੱਕ ਸੈਸ਼ਨ ਆ ਤੁਹਾਡਾ, ਕਿਉਂਕਿ ਜਿਹੜੇ ਇਨਫਰਟਾਈਲ ਕਪਲ ਆਉਂਦੇ ਆ, ਕਈ ਵਾਰ ਸਿੰਪਲ ਰੀਜ਼ਨ ਹੁੰਦੇ ਆ ਹਸਬੈਂਡ ਵਾਈਫ ਦੇ, ਕਈ ਵਾਰੀ ਟਾਈਮਿੰਗ ਦਾ ਨਹੀਂ ਉਹਨਾਂ ਨੂੰ ਪਤਾ ਹੁੰਦਾ, ਕਈ ਵਾਰੀ ਸਿੰਪਲ ਸਿਸਟਸ ਹੁੰਦੇ ਆ, ਕਈ ਵਾਰੀ ਸਿੰਪਲ ਇੱਕ ਥਾਇਰਾਇਡ ਦੇ ਪ੍ਰੋਬਲਮ ਦੇ ਕਾਰਨ ਜਿਹੜੇ ਹੈਗੇ ਉਹ ਕਨਸੀਵ ਨਹੀਂ ਕਰ ਰਹੇ ਹੁੰਦੇ, ਕਈ ਵਾਰੀ ਉਹਨਾਂ ਦੀ ਆਪਸੀ ਅੰਡਰਸਟੈਂਡਿੰਗ ਦੇ ਵਿੱਚ ਫਰਕ ਹੁੰਦਾ, ਕਾਉਂਸਲਿੰਗ ਦੀ ਜ਼ਰੂਰਤ ਹੁੰਦੀ ਆ, ਜਿਹੜੀ ਕਿ ਤੁਸੀਂ ਇੱਥੇ ਬਹੁਤ ਵਧੀਆ ਤਰੀਕੇ ਨਾਲ ਕਰਦੇ ਹੋ। ਔਰ ਇਹੀ ਕਾਰਨ ਹੈ ਕਿ ਬਹੁਤ ਪੇਸ਼ੈਂਟ ਤੁਹਾਡੇ ਨਾਲ ਜੁੜੇ ਹੋਏ ਨੇ ਜਿਨ੍ਹਾਂ ਨੂੰ ਤੁਸੀਂ IVF ਦਾ ਲਾਸਟ ਰਿਜ਼ੋਰਟ ਤੁਸੀਂ ਮੰਨਦੇ ਹੋ। ਸਭ ਤੋਂ ਪਹਿਲਾਂ ਤੁਸੀਂ ਕੋਸ਼ਿਸ਼ ਕਰਦੇ ਹੋ ਕਿ ਉਹਨਾਂ ਨੂੰ ਨੈਚੁਰਲ ਵੇ ਦੇ ਨਾਲ ਉਹਨਾਂ ਦੇ ਆਪਣੇ ਐਗਸ, ਆਪਣੇ ਸਪਰਮ ਜਿਹੜੇ ਹੈਗੇ ਨੇ ਉਹ ਮਿਲਣ ਔਰ ਉਹਨਾਂ ਦੇ ਜਿਹੜੀ ਡਿਲੀਵਰੀ ਹੈਗੀ ਆ ਉਹ ਨੋਰਮਲ ਤਰੀਕੇ ਦੇ ਨਾਲ ਹੀ ਹੋ ਜੇ। ਰਿਚੀ ਜੀ, ਤੁਸੀਂ ਤਾਂ ਬਿਲਕੁਲ ਸੱਚਾਈ ਦੱਸ ਦਿੱਤੀ ਸਾਡੇ ਟੈਸਟ ਟਿਊਬ ਬੇਬੀ ਸੈਂਟਰ ਦੀ। ਦੂਸਰੇ ਸੈਂਟਰਸ ਦੇ ਨਾਲੋਂ ਸਾਡੇ ਸੈਂਟਰ ਦੇ ਵਿੱਚ ਇਹ ਫਰਕ ਹੈ ਕਿ ਇੱਥੇ ਅਸੀਂ ਪਹਿਲਾਂ ਸਾਰੀਆਂ ਕਰੈਕਸ਼ਨਸ ਕਰਦੇ ਹਾਂ ਇਨਫਰਟੀਲਿਟੀ ਦੀਆਂ, ਜਿਸ ਤਰ੍ਹਾਂ ਕਿ ਮੈਡੀਕਲ ਕਰੈਕਸ਼ਨਸ ਹੋ ਗਈਆਂ ਜਾਂ ਕੋਈ ਸਰਜੀਕਲ ਕਰੈਕਸ਼ਨਸ ਹੋ ਗਈਆਂ ਜਾਂ ਕੋਈ ਸੀਮਨ ਕਾਊਂਟ ਨੂੰ ਵਧਾਉਣਾ ਆਦਿ। ਅਤੇ ਉਸ ਤੋਂ ਬਾਅਦ ਅਸੀਂ ਪੇਸ਼ੈਂਟਸ ਨੂੰ ਨੈਚੁਰਲ ਪ੍ਰੈਗਨੈਂਸੀ ਦਾ ਚਾਂਸ ਦਿੰਦੇ ਹਾਂ। ਅਤੇ ਜੇਕਰ ਪੇਸ਼ੈਂਟ ਨੂੰ ਪ੍ਰੈਗਨੈਂਸੀ ਨਾ ਹੋਵੇ ਤਾਂ IVF, ICSI, ਟੈਸਟ ਟਿਊਬ ਬੇਬੀ ਆਦਿ ਨੂੰ ਅਸੀਂ ਲਾਸਟ ਰਿਜ਼ੋਰਟ ਮੰਨ ਕੇ ਉਸ ਵੱਲ ਚੱਲਦੇ ਹਾਂ। ਸੋ ਇਹ ਸਾਰੀਆਂ ਚੀਜ਼ਾਂ ਬੜੇ ਹੀ ਧਿਆਨ ਦੇ ਨਾਲ ਸੋਚ ਸਮਝ ਕੇ ਕਰਨੀਆਂ ਪੈਂਦੀਆਂ ਹਨ ਤਾਂ ਕਿ ਪੇਸ਼ੈਂਟ ਨੂੰ ਕਿਸੇ ਵੀ ਤਰ੍ਹਾਂ ਦਾ ਮਹਿਸੂਸ ਨਾ ਹੋਵੇ ਅਤੇ ਉਹ ਖੁਸ਼ ਰਹਿਣ। ਡਾਕਟਰ ਸਾਹਿਬ, ਤੁਸੀਂ ਬੜੇ ਸੈਂਟੀਮੈਂਟਲ ਪਰਸਨ ਹੋ, ਤੁਸੀਂ ਆਪਣੀ ਮਦਰ ਨੂੰ ਬਹੁਤ ਪਿਆਰ ਕੀਤਾ ਔਰ ਬੇਟੇ ਨੂੰ ਡਾਕਟਰ ਬਣਾ ਰਹੇ ਹੋ, ਉਹ ਵੀ ਸ਼੍ਰੀ ਗੁਰੂ ਰਾਮਦਾਸ ਕਾਲਜ ਦੇ ਵਿੱਚ ਜਿਹੜਾ ਹੈਗਾ ਆਪਣੀ MBBS ਕਰਦਾ ਪਿਆ। ਕੀ ਕਹਿਣਾ ਚਾਹੋਗੇ ਕਿ ਤੁਸੀਂ ਆਪਣੀ ਮਦਰ ਨੂੰ ਪਿਆਰ ਕੀਤਾ, ਉਹੀ ਸੈਂਟੀਮੈਂਟਲਨੈਸ ਤੁਹਾਡੀ ਬੱਚਿਆਂ 'ਚ ਵੀ ਗਈ ਹੈ, ਉਹ ਬੱਚਾ ਜਿਹੜਾ ਹੈਗਾ ਉਹ ਵੀ ਡਾਕਟਰ ਬਣ ਕੇ ਲੋਕਾਂ ਦੀ ਸੇਵਾ ਕਰਨ ਚਾਹ ਰਿਹਾ ਹੈਗਾ, ਕੀ ਕਹਿਣਾ ਚਾਹੋਗੇ? ਰਿਚੀ ਜੀ, ਮੈਂ ਆਪਣੀ ਮਦਰ ਨੂੰ ਬਹੁਤ ਜ਼ਿਆਦਾ ਪਿਆਰ ਕੀਤਾ
ਐਕਚੁਅਲੀ ਸ਼ੀ ਵਾਜ਼ ਅ ਪੇਸ਼ੈਂਟ ਆਫ ਕ੍ਰੋਨਿਕ ਰੀਨਲ ਫੇਲੀਅਰ, ਜਿਹੜਾ ਕਿ ਮੇਰੇ ਹੀ ਹੱਥਾਂ ਦੇ ਰਾਹੀਂ ਡਾਇਗਨੋਸ ਕਰਵਾਇਆ ਗਿਆ ਸੀਗਾ ਇਸੇ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਅੱਜ ਤੋਂ 23 ਸਾਲ ਪਹਿਲਾਂ। ਔਰ ਮੈਂ ਆਪਦੇ ਆਪ ਨੂੰ ਬਹੁਤ ਹੀ ਜ਼ਿਆਦਾ ਖੁਸ਼ਕਿਸਮਤ ਸਮਝਦੀ ਹਾਂ ਕਿ ਇਸ ਤਰ੍ਹਾਂ ਦੀ ਬਿਮਾਰੀ ਹੋਣ ਦੇ ਬਾਵਜੂਦ ਵੀ ਉਹਨਾਂ ਨੇ ਬਹੁਤ ਹੀ ਐਕਟਿਵ ਲਾਈਫ ਲੀਡ ਕੀਤੀ, ਕਿਉਂਕਿ ਮੇਰੇ ਫਾਦਰ ਸਾਹਿਬ ਉਹਨਾਂ ਦੀ ਬਹੁਤ ਜ਼ਿਆਦਾ ਸੇਵਾ ਕਰਦੇ ਸਨ ਐਂਡ ਮੈਂ ਵੀ ਬਹੁਤ ਹੀ ਜ਼ਿਆਦਾ ਪਰਟੀਕੂਲਰ ਸੀ। ਅੱਜ ਉਹ ਸਾਡੇ ਵਿੱਚ ਨਹੀਂ ਹਨ। ਉਹ ਸਾਡੀ ਚਲੋ ਮੰਨ ਲਓ ਕਿ ਰੱਬ ਦਾ ਭਾਣਾ ਹੈ, ਪਰ ਫਿਰ ਵੀ ਉਹਨਾਂ ਦੀਆਂ ਅਸੀਸਾਂ ਹਮੇਸ਼ਾ ਸਾਨੂੰ ਯਾਦ ਰਹਿਣਗੀਆਂ। ਅਤੇ ਉਹਨਾਂ ਦਾ ਓਟ ਆਸਰਾ ਤੱਕ ਕਿ ਮੈਂ ਇਹ ਹੌਸਪੀਟਲ ਸਟਾਰਟ ਕੀਤਾ ਤਾਂ ਜੋ ਮੈਂ ਅੰਮ੍ਰਿਤਸਰ ਦੇ ਏਰੀਏ ਦੇ ਵਿੱਚ ਵੀ ਲੋਕਾਂ ਦਾ ਇਲਾਜ ਕਰ ਸਕਾਂ, ਜਿੱਥੇ ਮੇਰੇ ਮਦਰ ਦੀ ਬਿਮਾਰੀ ਦਾ ਡਾਇਗਨੋਸਿਸ ਹੋਇਆ, ਟਰੀਟਮੈਂਟ ਹੋਇਆ ਅਤੇ ਉਹਨਾਂ ਨੇ ਇੰਨੀ ਲੰਬੀ ਉਮਰ ਉਸ ਤੋਂ ਬਾਅਦ ਲੀਡ ਕੀਤੀ। ਨਾਲ ਬੇਟਾ ਜਿਹੜਾ ਜਿਹਨੂੰ ਤੁਸੀਂ ਉਹਨੂੰ ਵੀ ਡਾਕਟਰ ਬਣਾ ਰਹੇ ਹੋ ਬੇਟੇ ਨੂੰ, ਔਰ ਉਹਦੇ 'ਚ ਬੜੇ ਵੱਡੇ ਸੰਸਕਾਰ ਨੇ, ਉਹ ਵੀ ਚਾਹੁੰਦਾ ਕਿ ਮੈਂ ਆਪਣੇ ਮਦਰ ਫਾਦਰ ਵਾਂਗੂ ਇੱਕ ਸਕਸੈਸਫੁਲ ਡਾਕਟਰ ਬਣਾ। ਇਹ ਬਿਲਕੁਲ ਸਹੀ ਹੈ। ਸਾਡਾ ਬੇਟਾ ਬੜਾ ਹੀ ਹੋਣਹਾਰ ਅਤੇ ਬਹੁਤ ਹੀ ਜ਼ਿਆਦਾ ਓਬੀਡੀਐਂਟ ਹੈ, ਬੜਾ ਹੀ ਬੀਬਾ ਬੱਚਾ ਹੈ। ਚਲੋ ਸਾਰੇ ਪੇਰੈਂਟਸ ਨੂੰ ਲੱਗਦਾ ਹੈ ਕਿ ਸਾਡਾ ਬੱਚਾ ਬਹੁਤ ਹੀ ਜ਼ਿਆਦਾ ਵਧੀਆ ਹੈ, ਸਾਰਿਆਂ ਨੂੰ ਆਪਣੇ ਬੱਚੇ ਪਿਆਰੇ ਹੁੰਦੇ ਹਨ, ਬਟ ਹੀ ਇਜ਼ ਸਮਥਿੰਗ ਡਿਫਰੈਂਟ। ਬਿਲਕੁਲ ਅਲੱਗ ਕਿਸਮ ਦਾ ਇਨਸਾਨ ਹੈ, ਉਹਦੇ ਵਿੱਚ ਬਹੁਤ ਜ਼ਿਆਦਾ ਇਨਸਾਨੀਅਤ ਹੈ। ਉਹ ਉਹਨਾਂ ਚੀਜ਼ਾਂ ਨੂੰ ਪਿਆਰ ਕਰਦਾ ਹੈ ਮੈਡੀਕਲ ਲਾਈਨ ਦੇ ਵਿੱਚ ਜਿਨ੍ਹਾਂ ਦਾ ਹਾਲੇ ਟਰੀਟਮੈਂਟ ਹੀ ਨਹੀਂ ਆਇਆ। He really wants to work on cancer treatment, the latest treatments and save the patients. And ਉਸ ਦੀ ਇੱਛਾ ਹੈ ਕਿ ਜੇਕਰ ਉਸ ਨੂੰ ਚਾਂਸ ਮਿਲ ਗਿਆ ਅਤੇ ਉਹ ਇੱਕ ਨਿਊਰੋ ਸਰਜਨ ਜੇ ਬਣ ਗਿਆ ਤਾਂ ਉਹਦੀ ਜ਼ਿੰਦਗੀ ਦੀ ਤਮੰਨਾ ਪੂਰੀ ਹੋ ਜਾਏਗੀ ਅਤੇ ਉਹ ਲੋਕਾਂ ਦੀ ਦਿਲੋਂ ਜਾਨ ਦੇ ਨਾਲ ਸੇਵਾ ਕਰੇਗਾ। ਡਾਕਟਰ ਸਾਹਿਬ ਉਹਦੇ ਨਾਲ ਬੇਟੀ ਔਰ ਸਨ ਇਨ ਲਾ ਜਿਹੜੇ ਆ ਉਹ ਵੀ ਬਹੁਤ ਕਾਬਲ ਡਾਕਟਰ ਦੇ ਰੂਪ ਦੇ ਵਿੱਚ ਆਏ ਨੇ। ਔਰ ਡਾਕਟਰ ਸਾਹਿਬ ਜਿਹੜੇ ਸਾਰੀ ਜ਼ਿੰਦਗੀ ਜਿਨ੍ਹਾਂ ਨੇ ਮੋਗਾ ਏਰੀਆ ਦੀ ਇੰਨੀ ਵੱਡੀ ਸੇਵਾ ਕੀਤੀ ਹੈ, ਕੀ ਕਹਿਣਾ ਚਾਹੋਗੇ? ਰਿਚੀ ਜੀ, ਮੇਰੇ ਹਸਬੈਂਡ ਤੁਸੀਂ ਜਾਣਦੇ ਹੋ ਬੜੀ ਅੱਛੀ ਤਰ੍ਹਾਂ ਨਾਲ ਕਿ ਉਹ ਮੋਗੇ ਦੇ ਵਨ ਆਫ ਦ ਬੈਸਟ ਲੀਡਿੰਗ ਲੈਪਰੋਸਕੋਪਿਕ ਸਰਜਨ ਹੈ। ਅਤੇ ਜਦੋਂ ਵੀ ਕੋਈ ਕੇਸ ਫਸ ਜਾਂਦਾ ਹੈ ਤਾਂ ਲੋਕੀ ਡਾਕਟਰ ਸਿੱਧੂ ਨੂੰ ਹੀ ਯਾਦ ਕਰਦੇ ਹਨ ਅਤੇ ਇਸ ਚੀਜ਼ ਦਾ ਮੈਨੂੰ ਬਹੁਤ ਜ਼ਿਆਦਾ ਫਕਰ ਹੈ। ਉਹਨਾਂ ਦੇ ਕਾਰਨ ਅਸੀਂ ਬਹੁਤ ਕੁਝ ਸਿੱਖਿਆ ਹੈ, ਮਤਲਬ ਉਹਨਾਂ ਦੇ ਹੱਥਾਂ ਤੋਂ ਮੈਂ ਵੀ ਬਹੁਤ ਕੁਝ ਸਿੱਖਿਆ ਹੈ। ਇਹ ਸਾਡੇ ਲਈ ਇੱਕ ਬਹੁਤ ਹੀ ਜ਼ਿਆਦਾ ਵੱਡੀ ਮੈਂ ਕਹੂੰਗੀ ਕਿ ਇਟਸ ਅ ਬਲੈਸਿੰਗ ਫॉर ਅਸ। ਐਂਡ ਰਿਗਾਰਡਿੰਗ ਮਾਈ ਡਾਟਰ ਐਂਡ ਮਾਈ ਸਨ ਇਨ ਲਾ, ਮੇਰੀ ਬੇਟੀ ਡਾਕਟਰ ਅਮਾਨਤ ਸਿੱਧੂ ਚੀਨਾ, she is MD Gynae Ops and she is a gold medalist. She was throughout a topper in all the profs of the university ਅਤੇ ਉਹ ਬੜੀ ਹੀ ਮਿਹਨਤੀ ਹੈ। ਹੁਣ ਉਹ ਸਿਵਲ ਹੌਸਪੀਟਲ ਲੁਧਿਆਣਾ ਦੇ ਵਿੱਚ ਪੋਸਟਡ ਹੈ ਐਜ਼ ਅ ਗਾਇਨੇਕੋਲੋਜਿਸਟ, ਬਟ ਉਹਦਾ ਬੱਚਾ ਥੋੜ੍ਹਾ ਛੋਟਾ ਹੈ ਅਤੇ ਹੁਣ ਉਹ ਸਾਰੀਆਂ ਲੈਪਰੋਸਕੋਪਿਕ ਸਰਜਰੀਜ਼ ਦੀ ਟ੍ਰੇਨਿੰਗ ਲੈ ਰਹੀ ਹੈ ਅਤੇ ਇਨਫਰਟੀਲਿਟੀ IVF ਦੀ ਟ੍ਰੇਨਿੰਗ ਲੈ ਰਹੀ ਹੈ ਅਤੇ ਜਲਦ ਹੀ ਉਹ ਵੀ ਸਾਡੇ ਨਾਲ ਹੀ ਆ ਜਾਏਗੀ। ਸੋ ਇਹ ਤਾਂ ਹੋ ਗਿਆ ਆਪਣੀ ਬੇਟੀ ਦਾ। ਔਰ ਮੇਰਾ ਸਨ ਇਨ ਲਾ, ਹੀ ਇਜ਼ MD ਰੇਡੀਓ ਡਾਇਗਨੋਸਿਸ, ਹੀ ਇਜ਼ ਐਨ ਇੰਟਰਵੈਂਸ਼ਨਲ ਰੇਡੀਓਲੋਜਿਸਟ। ਉਹ ਹਰ ਤਰ੍ਹਾਂ ਦੀਆਂ ਇੰਟਰਵੈਂਸ਼ਨਸ, ਅਲੱਗ-ਅਲੱਗ ਤਰ੍ਹਾਂ ਦੀਆਂ ਇੰਟਰਵੈਂਸ਼ਨਸ ਰੇਡੀਓਲੋਜੀ ਦੇ ਰਾਹੀਂ ਕਰਦਾ ਹੈ। ਜਿਸ ਤਰ੍ਹਾਂ ਕਿ ਆਪਣੀਆਂ ਲੱਤਾਂ ਦੇ ਉੱਤੇ ਨਾੜਾਂ ਫੁੱਲ ਜਾਂਦੀਆਂ ਹਨ, ਜਿਹਨੂੰ ਅਸੀਂ ਵੈਰੀਕੋਜ਼ ਵੇਨਸ ਕਹਿੰਦੇ ਹਾਂ, ਉਹਨਾਂ ਦਾ ਟਰੀਟਮੈਂਟ ਅਲਟਰਾਸਾਊਂਡ ਦੇ ਜ਼ਰੀਏ ਆਪਣੇ ਹੀ ਤਰੀਕੇ ਦੇ ਨਾਲ ਬਿਨਾਂ ਆਪਰੇਸ਼ਨ ਤੋਂ ਕਰਦਾ ਹੈ। ਅਤੇ ਕਾਫੀ ਸਾਰੇ ਕੈਂਸਰ ਦੇ ਪੇਸ਼ੈਂਟਸ ਦਾ ਟਰੀਟਮੈਂਟ ਐਂਟੀ ਕੈਂਸਰ ਡਰੱਗਸ ਨੂੰ ਇੰਜੈਕਟ ਕਰਕੇ ਅਲਟਰਾਸਾਊਂਡ ਦੇ ਰਾਹੀਂ ਲੀਜ਼ਨ ਦੇ ਵਿੱਚ ਉਹਨਾਂ ਨੂੰ ਠੀਕ ਕਰਦਾ ਹੈ ਅਤੇ ਉਹ ਹੀਪੈਟੋਬਿਲਰੀ ਕੈਂਸਰਸ ਦੇ ਵਿੱਚ ਕਾਫੀ ਜ਼ਿਆਦਾ ਕੰਮ ਕਰ ਚੁੱਕਿਆ ਹੈ। ਤੁਹਾਨੂੰ ਨਵਾਂ ਹਸਪੀਟਲ ਖੁੱਲ੍ਹਣ ਦੇ ਬਹੁਤ ਬਹੁਤ ਵਧਾਈ ਹੋਵੇ। ਤੁਸੀਂ ਮੋਗੇ 'ਚ ਵੀ ਸਕਸੈਸਫੁਲ ਸੀਗੇ ਔਰ ਵਾਹਿਗੁਰੂ ਉਹੀ ਖੁਸ਼ਬੂ ਜਿਹੜੀ ਆ ਔਰ ਮਾਤਾ ਦੇ ਆਸ਼ੀਰਵਾਦ ਦੇ ਨਾਲ ਔਰ ਡਾਕਟਰ ਸਾਹਿਬ ਨੇ ਜਿੱਦਾਂ ਸਾਰੀ ਉਮਰ ਸੇਵਾ ਕਰ ਰਹੇ ਨੇ, ਡਾਕਟਰ ਸਾਹਿਬ ਮੋਗਾ ਵਿਖੇ ਵੀ ਤੁਹਾਡਾ ਹਸਪੀਟਲ ਚੱਲ ਰਿਹਾ, ਪਰਮਾਤਮਾ ਇਹ ਵੀ ਤੁਹਾਨੂੰ ਉੱਦਾਂ ਹੀ ਤੁਹਾਨੂੰ ਫਰੰਟ ਲਾਈਨ ਵਾਲੇ ਤੁਸੀਂ ਬਣੋ। ਡਾਕਟਰ ਸਾਹਿਬ IMA ਦੇ ਪ੍ਰੈਜ਼ੀਡੈਂਟ ਵੀ ਰਹੇ ਆ ਮੋਗੇ ਦੇ, ਅਤੇ ਅਸੀਂ ਚਾਹਾਂਗੇ ਕਿ ਉਹੀ ਖੁਸ਼ਬੂ ਉਹੀ ਤਰੱਕੀ ਤੁਹਾਡੀ ਜਿਹੜੀ ਹੈਗੀ ਇੱਥੇ ਵੀ ਹੋਵੇ ਔਰ ਉਵੇਂ ਤੁਸੀਂ ਲੋਕਾਂ ਦੇ ਹਰਮਨ ਪਿਆਰੇ ਬਣ ਕੇ ਸਿੱਧੂ ਹਸਪੀਟਲ ਲੋਕਾਂ ਨੂੰ ਜ਼ਿੰਦਗੀ ਦੇਵੇ। ਔਰ ਜਿੱਦਾਂ ਤੁਸੀਂ ਅੱਜ ਬੜੇ ਖੁਸ਼ ਹੋ ਰਹੇ ਹੋਣਗੇ, ਉਹ
ਮਾਪੇ ਜਿਨ੍ਹਾਂ ਨੇ ਟੈਸਟ ਟਿਊਬ ਬੇਬੀ ਦੇ ਨਾਲ ਡਾਕਟਰ ਸਾਹਿਬ ਤੋਂ ਕਨਸੀਵ ਹੋਇਆ, ਜਿਨ੍ਹਾਂ ਤੋਂ ਔਰ ਬਾਹਰ ਬਹੁਤ ਜ਼ਿਆਦਾ ਲੋਕ ਬੈਠੇ ਹੋਣਗੇ ਫੋਰਨ ਦੇ ਵਿੱਚ ਵੀ, ਜਿਨ੍ਹਾਂ ਨੇ ਡਾਕਟਰ ਸਾਹਿਬ ਤੋਂ ਇਲਾਜ ਕਰਾ ਕੇ ਅੱਜ ਸੰਤਾਨ ਸੁੱਖਾਂ ਦੀਆਂ ਪ੍ਰਾਪਤੀਆਂ ਕੀਤੀਆਂ। ਡਾਕਟਰ ਸਾਹਿਬ ਤੁਹਾਡਾ ਸਾਨੂੰ ਸਮਾਂ ਦੇਣ ਦੇ ਲਈ ਬਹੁਤ ਬਹੁਤ ਧੰਨਵਾਦ। ਥੈਂਕ ਯੂ ਰਿਚੀ ਜੀ, ਥੈਂਕ ਯੂ ਸੋ ਮਚ। ਹੁਣ ਅਸੀਂ ਗੱਲ ਕਰ ਰਹੇ ਹਾਂ ਡਾਕਟਰ ਅਭਿਨਵਜੀਤ ਜੀ ਦੇ ਨਾਲ। ਡਾਕਟਰ ਸਾਹਿਬ ਸਵਾਗਤ ਹੈ ਤੁਹਾਡਾ। ਕੀ ਕਹਿਣਾ ਚਾਹੋਗੇ ਕਿ ਜੋ ਸੇਵਾ ਮਦਰ ਫਾਦਰ ਨੇ ਕੀਤੀ ਇਸ ਪ੍ਰੋਫੈਸ਼ਨ 'ਚ, ਤੁਸੀਂ ਵੀ ਉਸ ਪ੍ਰੋਫੈਸ਼ਨ 'ਚ ਆਏ ਹੋ ਔਰ ਬਹੁਤ ਵੱਡਾ ਮਾਈਂਡ ਲੈ ਕੇ, ਜਿੱਦਾਂ ਡਾਕਟਰ ਸਾਹਿਬ ਨੇ ਸਾਡੇ ਨਾਲ ਡਿਸਕਸ ਕੀਤਾ ਕਿ ਕੋਈ ਕੈਂਸਰ ਦੇ ਪੇਸ਼ੈਂਟ ਔਰ ਉਹ ਲਾਜ ਬਿਮਾਰੀਆਂ ਜਿਹੜੇ ਕਿਤੇ ਵੀ ਇਲਾਜ ਨਹੀਂ, ਉਹ ਸਾਇੰਸ ਦੇ ਨਾਲ ਮੈਂ ਜੁੜ ਕੇ ਚਾਹੇ ਨਿਊਰੋ ਸਰਜਨ ਬਣਾ, ਚਾਹੇ ਮੈਂ ਕੈਂਸਰ ਦਾ ਇੱਕ ਸਪੈਸ਼ਲਿਸਟ ਬਣਾ। ਕੀ ਕਹਿਣਾ ਚਾਹੋਗੇ? ਦੇਖੋ ਜੀ, ਗੱਲ ਇਹ ਹੈ ਵੀ ਬਿਮਾਰੀਆਂ ਹਰੇਕ ਅੱਡ-ਅੱਡ ਲੱਛਣਾਂ ਦੀਆਂ ਹੁੰਦੀਆਂ ਅਤੇ ਉਹਨਾਂ ਲੱਛਣਾਂ ਨੂੰ ਪਹਿਚਾਨਣ ਦੀ ਜਿਹੜੀ ਦਿਮਾਗੀ ਸੋਚ ਹੈ ਹਰੇਕ ਡਾਕਟਰ ਦੀ ਅੱਡ-ਅੱਡ ਹੁੰਦੀ ਹੈ। ਉਹਦੇ ਜਿਹੜੇ ਲੱਛਣਾਂ ਬਾਰੇ ਪਤਾ ਕਰਨਾ ਅਤੇ ਉਹਨੂੰ ਸਹੀ ਤਰੀਕੇ ਦੇ ਨਾਲ ਉਹਦਾ ਟਰੀਟਮੈਂਟ ਕਰਨਾ, ਇਹ ਡਾਕਟਰ ਦੇ ਹੱਥ 'ਚ ਹੁੰਦਾ ਹੈ। ਅਤੇ ਡਾਕਟਰ ਸਾਰੀ ਉਮਰ ਆਪਣੀ ਪੜ੍ਹਾਈ ਕਰਦੇ ਰਹਿੰਦੇ ਆ, ਕਿਤਾਬਾਂ ਦੇ ਨਾਲ ਮੱਥਾ ਮਾਰਦੇ ਰਹਿੰਦੇ ਆ, ਅਤੇ ਉਹਦਾ ਕਾਰਨ ਸਿਰਫ ਇਹੀ ਹੈ ਵੀ ਉਸ ਲੋਕਾਂ ਦੇ ਲਈ ਸਹੀ ਇਲਾਜ ਲੱਭਣ ਅਤੇ ਸਹੀ ਬਿਮਾਰੀ ਬਾਰੇ ਸੋਚਣ, ਕਿਉਂਕਿ ਜੇ ਬਿਮਾਰੀ ਗਲਤ ਬਾਰੇ ਸੋਚ ਰਹੇ ਹੋ ਤਾਂ ਇਲਾਜ ਗਲਤ ਹੋ ਜਾਊਗਾ। ਔਰ ਇਸੇ ਸੋਚ ਨੂੰ ਲੈ ਕੇ ਤੁਸੀਂ ਫਿਰ ਅੱਗੇ ਵਧ ਰਹੇ ਹੋ? ਹਾਂ, ਮੈਂ ਇਸੇ ਸੋਚ ਨੂੰ ਲੈ ਕੇ ਮੈਂ ਰੋਜ਼ ਪੜ੍ਹਦਾ ਹਾਂ ਅਤੇ ਮੈਂ ਲੋਕਾਂ ਦੇ ਕਰੀਬ ਜਾਣਾ ਚਾਹੁੰਦਾ, ਉਹਨਾਂ ਦੀ ਦਿਲ ਦੀਆਂ ਗੱਲਾਂ ਕਿ ਜੋ ਇਜ਼ਹਾਰ ਨਹੀਂ ਕਰ ਸਕਦੇ ਉਹ ਗੱਲਾਂ ਨੂੰ ਪੁੱਛਾਂ ਅਤੇ ਉਹਨਾਂ ਦੀਆਂ ਬਿਮਾਰੀਆਂ ਨੂੰ ਠੀਕ ਕਰਾਂ। ਪਰ ਯੂ ਮੀਨ ਟੂ ਸੇ ਕਿ ਜਿਹੜੀਆਂ ਬਿਮਾਰੀਆਂ ਅੱਜ ਕਾਉਂਸਲਿੰਗ ਨਾਲ ਠੀਕ ਹੋ ਸਕਦੀਆਂ, ਜਿਹੜੀਆਂ ਬਿਮਾਰੀਆਂ ਦੇ ਵਿੱਚ ਅਸੀਂ ਉਹਨਾਂ ਦੇ ਅੰਦਰੋਂ ਜਿਹੜੇ ਡਿਪਰੈਸ਼ਨਸ ਬਣੇ ਹੋਏ ਨੇ ਉਹਨਾਂ ਨੂੰ ਕਢਾ ਸਕੀਏ, ਉਹ ਤੁਹਾਡੇ ਮਾਈਂਡ 'ਚ? ਜਿਵੇਂ ਕਿ ਅੱਜ ਕੱਲ੍ਹ ਗੂਗਲ 'ਤੇ ਸਾਰੇ ਲੋਕ ਬੜੇ ਸ਼ੌਕ ਦੇ ਨਾਲ ਬਿਮਾਰੀਆਂ ਬਾਰੇ ਪੜ੍ਹਦੇ ਨੇ, ਪਰ ਉਹਨਾਂ ਨੂੰ ਕਈ ਵਾਰੀ ਡਰ ਬੈਠ ਜਾਂਦਾ ਹੈ ਵੀ ਐਂ ਸੋਚ ਕੇ ਵੀ ਗੂਗਲ ਹੁਣ ਮੇਰੀ ਬਿਮਾਰੀ ਬਾਰੇ ਕਾਫੀ ਵੱਡੀ ਬਿਮਾਰੀ ਦੱਸ ਰਿਹਾ, ਜਦ ਕਿ ਅਸਲ 'ਚ ਹੁੰਦੀ ਬੜੀ ਛੋਟੀ ਬਿਮਾਰੀ ਹੈ। ਅਤੇ ਉਹ ਇੱਕ ਟੈਲੈਂਟਡ ਡਾਕਟਰ ਹੀ ਲੱਭ ਸਕਦਾ ਇਹ ਪਰਖ, ਜਿਹੜੀ ਪਰਖ ਹੁੰਦੀ ਹੈ। ਯੂ ਮੀਨ ਟੂ ਸੇ ਕਿ ਸੈਲਫ ਮੈਡੀਕੋਜ਼ ਜਾਂ ਸੈਲਫ ਸਾਨੂੰ ਨਹੀਂ ਇਹਨਾਂ ਚੀਜ਼ਾਂ ਦੇ ਵਿੱਚ ਜਾਣਾ ਚਾਹੀਦਾ ਹੈਗਾ, ਅਸੀਂ ਡਾਕਟਰ ਦੀ ਸਲਾਹ ਨਾਲ ਜਾਈਏ ਤਾਂ ਉਹ ਬੈਸਟ ਹੋਊ? ਹਾਂਜੀ, ਡਾਕਟਰ ਦੀ ਸਲਾਹ ਨਾਲ ਬੈਸਟ ਹੋਊ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਅੱਜ ਇੱਕ ਹਸਪੀਟਲ ਜਿਸ ਤਰੀਕੇ ਨਾਲ ਮਦਰ ਨੂੰ ਲੋਕਾਂ ਨੇ ਮਤਲਬ ਬਹੁਤ ਰਿਕੁਐਸਟ ਕੀਤੀ ਵੀ ਤੁਸੀਂ ਇਸ ਏਰੀਏ 'ਚ ਆਓ, ਅੰਮ੍ਰਿਤਸਰ 'ਚ ਆ ਕੇ ਵੀ ਤੁਸੀਂ ਹਸਪੀਟਲ ਬਣਾਇਆ, ਮੋਗੇ ਵਿਖੇ ਸੇਵਾ ਕਰ ਰਹੇ ਸੀ, ਡਾਕਟਰ ਸਾਹਿਬ ਨੇ ਬਹੁਤ ਕੇਸ ਜਿਹੜੇ ਇੱਥੋਂ ਦੇ ਸੋਲਵ ਕੀਤੇ ਸੀ ਇਨਫਰਟਿਲਿਟੀ ਦੇ, ਔਰ ਇਹ ਹਸਪੀਟਲ ਜਿਹੜਾ ਹੈਗਾ ਹੁਣ ਐਗਜ਼ਿਸਟੈਂਸ 'ਚ ਆ ਚੁੱਕਿਆ ਹੈਗਾ। ਕੀ ਕਹਿਣਾ ਚਾਹੋਗੇ ਕਿ ਜਿਸ ਤਰੀਕੇ ਨਾਲ ਮਦਰ ਨੇ ਜਿਹੜੀ ਹੈਗੀ ਆ ਇਹ ਕ੍ਰੀਏਸ਼ਨ ਕੀਤੀ ਹੈਗੀ ਆ, ਔਰ ਸਭ ਤੋਂ ਵੱਡੀ ਗੱਲ ਉਹਨਾਂ ਦੇ ਮਾਈਂਡ ਦੇ ਵਿੱਚ ਕਦੇ ਨਾ ਕਦੇ ਆ ਕੇ ਇਹ ਗੱਲ ਜ਼ਰੂਰ ਸੀਗੀ ਕਿ ਉਹਨਾਂ ਦੀ ਮਦਰ ਨੂੰ ਇਸ ਹਸਪੀਟਲ ਨੇ, ਇਸ ਅੰਮ੍ਰਿਤਸਰ ਨੇ ਬਚਾਇਆ, ਔਰ ਐਸੀ ਨਾਮਰਾਦ ਬਿਮਾਰੀ ਦੇ ਨਾਲ ਗ੍ਰਸਤ ਸੀਗੇ ਮਾਤਾ, ਜਿਹਦੇ ਨਾਲ ਉਹਨਾਂ ਨੂੰ ਬਹੁਤ ਲੰਬਾ ਸਮਾਂ ਜਿਹੜੀ ਜ਼ਿੰਦਗੀ ਮਿਲੀ, ਜਿਹੜੀ ਕਿ ਬਹੁਤ ਹੀ ਇੱਕ ਇੰਪੋਸੀਬਲ ਜਿਹੀ ਗੱਲ ਲੱਗਦੀ ਸੀਗੀ ਹਿਸਟਰੀ ਦੇ ਵਿੱਚ, ਉਹ ਵੀ ਇਹਨਾਂ ਨੇ ਉਹ ਇਸ ਹਸਪੀਟਲ ਦੇ, ਇਸ ਅੰਮ੍ਰਿਤਸਰ ਦੇ ਡਾਕਟਰਸ ਨੇ ਮਦਰ ਨੂੰ, ਇਹਨਾਂ ਦੀ ਨੂੰ ਬਚਾਇਆ, ਔਰ ਤੁਸੀਂ ਉਹਨਾਂ ਦੇ ਬੇਟੇ ਡਾਕਟਰ ਬਣ ਰਹੇ ਹੋ। ਕੀ ਕਹਿਣਾ? ਦੇਖੋ ਜੀ, ਮੇਰੇ ਮੰਮਾ ਨੇ ਤਾਂ ਅੰਮ੍ਰਿਤਸਰ ਤੋਂ ਹੀ MBBS ਕੀਤੀ ਸੀ ਅਤੇ ਅੰਮ੍ਰਿਤਸਰ ਤੋਂ ਹੀ PG ਕੀਤੀ ਸੀ। ਉਹਨਾਂ ਨੂੰ ਤਾਂ ਅੰਮ੍ਰਿਤਸਰ ਦੇ ਲੋਕਾਂ ਦੀ ਕਾਫੀ ਜਾਂਚ ਹੈਗੀ ਹੈ। ਕਿੱਦਾਂ ਦੇ ਮਦਰ ਤੁਹਾਡੇ, ਕਿੰਨੀ ਹਾਰਡ ਵਰਕ ਕਰਦੇ ਨੇ, ਔਰ ਕਿਵੇਂ ਤੁਹਾਡੇ ਨਾਲ ਫੈਮਿਲੀ 'ਚ ਤਾਂ ਵਿਚਰਦੇ ਹੀ ਨੇ, ਲੇਕਿਨ ਸਮਾਜ ਦੇ ਵਿੱਚ ਵੀ ਉਹ ਬੜੀ ਤੇਜ਼ ਤਰਾੜ ਮਿਹਨਤੀ ਲੇਡੀਜ਼ ਮੰਨੇ ਜਾਂਦੇ? ਮੇਰੇ ਮੰਮਾ ਨੇ ਕਾਫੀ ਲੋਕਾਂ ਦੀ ਸੇਵਾ ਕੀਤੀ ਹੈ ਅਤੇ ਉਹਨਾਂ ਨੇ ਨਵੀਂ ਤੋਂ ਨਵੀਂ ਟੈਕਨੀਕਸ ਨੂੰ ਲੋਕਾਂ ਦੇ ਵਿੱਚ ਲੈ ਕੇ ਆਏ ਨੇ, ਜਿਵੇਂ ਕਿ IVF, ਜਿਹੜੀ ਇੱਕ ਨਵੀਂ ਸਹੂਲਤ ਹੈ ਲੋਕਾਂ ਦੇ ਲਈ, ਅਤੇ ਜਿਹੜੀ ਬਿਮਾਰੀ ਦਾ ਇਲਾਜ ਪਹਿਲਾਂ ਨਹੀਂ ਹੁੰਦਾ ਸੀ ਹੁਣ ਉਹ ਵੀ ਹੋਣ ਲੱਗ ਪਿਆ ਹੈ। ਮੈਂ ਇੱਕ ਕਾਬਲ ਡਾਕਟਰ ਬਣਨਾ ਚਾਹੁੰਦਾ ਜਿਹਨੂੰ ਹਰੇਕ ਬਿਮਾਰੀ ਬਾਰੇ ਪਤਾ ਹੋਵੇ, ਨਾ ਕਿ ਸਿਰਫ ਇਕੱਲੀ ਇੱਕ ਬਿਮਾਰੀ ਬਾਰੇ ਪਤਾ ਹੋਵੇ, ਨਾ ਕਿ ਕੋਈ ਸਪੈਸ਼ਲਿਟੀ ਹੋਵੇ, ਪਰ ਜੇ ਮੈਂ ਸਪੈਸ਼ਲਿਟੀ ਵੀ ਕਰਨੀ ਹੋਈ ਤਾਂ ਮੈਂ ਨਿਊਰੋ ਸਰਜਰੀ ਕਰੂੰਗਾ।